ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਚਾਪਈ ਇੱਕ ਦਿਨ ਬੈਠੇ ਸਤਿਗੁਰ ਦਿਆਲੂ
ਅਯੋ ਗੁਰਦਾਸ ਸੋ ਪ੍ਰੇਮ ਵਿਸਾਲੂ। ਹਾਥ ਜੋੜ ਕਾ ਬਿਨਾ ਬਖਾਨੀ, ਮੋਹ ਕਾ ਸਿੱਖੀ ਦੇਹੁ ਮਹਾਨੀ। ਇਕ ਦਿਨ ਬੈਠੇ ਸਤਿਗੁਰ ਦਿਆਲੂ, ਆਇਓ ਗੁਰਦਾਸ ਸੋ ਪ੍ਰੇਮ ਵਿਸਾਲੂ। ਹਾਥ ਜੋੜ ਕੈ ਬਿਨੈ ਬਖਾਨੀ, ਮੋਹ ਕਾ ਸਿੱਖੀ ਦੇਹੁ ਮਹਾਨੀ। ਇਕ ਦਿਨ ਬੈਠੇ ਸਤਿਗੁਰ ਦਿਆਲੂ, ਆਇਓ ਗੁਰਦਾਸ ਸੋ ਪ੍ਰੇਮ ਵਿਸਾਲੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ, ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ, ਨੇਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮੁੱਢ ਭਾਗੇ ਹਾਂ ਜੋ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਵੱਡੇ ਭਾਗਾਂ ਸਦਕਾ ਪਾਵਨ ਪਵਿੱਤਰ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਸ਼ਰਵਣ ਕਰਨ ਵਾਸਤੇ ਆਪਾਂ ਨਿਤਾ ਪ੍ਰਤੀ ਜੁੜ ਬੈਠਦੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸੁਣਿਆ ਵਿਚਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਸ਼ਰਵਣ ਕੀਤੀ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਜੋ ਪਾਵਨ ਪਵਿੱਤਰ ਜੀਵਨ ਉਹ ਜਿਸ ਤਰ੍ਹਾਂ ਵੀ ਲਿਖਣਾ ਕੀਤਾ ਹੈ, ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਅੰਕਿਤ ਕੀਤਾ, ਉਹ ਕਥਾ ਆਪਾਂ ਪਿਛਲੇ ਲੰਮੇ ਸਮੇਂ ਤੋਂ ਸੁਣ ਰਹੇ ਹਾਂ। ਪਿੱਛੇ ਦੀ ਬਾਣ ਵਿੱਚ ਜਿਵੇਂ ਆਪਾਂ ਪ੍ਰਕਰਨ ਸੁਣਿਆ ਸੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਲੈ ਕਰਕੇ ਗੁਰੂ ਕਾ ਚੱਕ ਨਾਵੇਂ ਨਗਰ ਵਸਾਇਆ। ਸੰਤੋਖਸਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਮ ਦੇ ਸਰੋਵਰਾਂ ਦੀ ਖੁਦਾਈ ਕੀਤੀ, ਜਿਸ ਨੂੰ ਅਸੀਂ ਅੱਜ ਕੱਲ੍ਹ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਨਾਮ ਨਾਲ ਜਾਣਦੇ ਹਾਂ। ਇਹ ਕਥਾ ਪ੍ਰਕਰਨ ਚੱਲ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਵਣ ਲੱਗੇ ਹੈ, ਸੱਦਾ ਭੇਜ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਸੱਦਿਆ। ਇੱਥੇ ਸਭ ਸੰਗਤਾਂ ਦੇ ਸਾਹਮਣੇ ਮੱਥੇ ਗੁਰਤਾ ਦਾ ਤਿਲਕ ਦਿੱਤਾ, 5 ਪੈਸੇ ਨਾਰੀਏਲ ਇਸ ਤਰ੍ਹਾਂ ਰੱਖ ਕਰਕੇ ਮਹਾਰਾਜ ਗੁਰੂ ਰਾਮਦਾਸ ਜੀ ਦੀਆਂ ਪਰਿਕਰਮਾ ਕੀਤੀਆਂ, ਉਲਟੀ ਗੰਗ ਵਹਾਇਓਨ ਔਰ ਗੁਰਤਾ ਦਾ ਸਿੰਘਾਸਣ ਬਖਸ਼ਿਸ਼ ਕੀਤਾ। ਤੋ ਫਿਰ ਕਵੀ ਜੀਆਂ ਮਹਾਰਾਜ ਦਾ ਜੀਵਨ ਆਚਰਣ ਨਿਤ ਕਿਰਿਆ ਕੀ ਸੀ। ਪੈਰ ਸਵਾ ਪੈਰ ਰਾਤ ਰਹਿੰਦਿਆਂ ਹਜ਼ੂਰ ਗੁਰੂ ਰਾਮਦਾਸ ਜੀ ਜਾਗਦੇ, ਇਸ਼ਨਾਨ ਪਾਣ ਕਰਦੇ
ਤੇ ਦਿਨ ਚੜ੍ਹੇ ਤੀਕਰ ਮਹਾਰਾਜ ਸਮਾਧੀ ਵਿੱਚ ਲੀਨ ਰਹਿੰਦੇ। ਇਸ ਤੋਂ ਬਾਅਦ ਫਿਰ ਦੀਵਾਨ ਸਜਦਾ, ਹਜ਼ੂਰ ਸੰਗਤਾਂ ਦੇ ਵਿੱਚ ਬੈਠਦੇ, ਉੱਥੇ ਕੀਰਤਨ ਹੁੰਦਾ, ਆਸਾ ਦੀ ਵਾਰ, ਪਾਵਨ ਬਾਣੀ ਦਾ, ਸੰਗਤਾਂ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੀਆਂ, ਆਨੰਦ ਮਾਣਦੀਆਂ, ਸਤਿਗੁਰਾਂ ਦੇ ਚਰਨੀ ਅਰਦਾਸਾਂ ਬੇਨਤੀਆਂ ਕਰ ਸੁਖ ਮਾਣਦੇ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਾਰਿਆਂ ਦੀਆਂ ਝੋਲੀਆਂ ਗੁਰੂ ਰਾਮਦਾਸ ਮਹਾਰਾਜ ਜੀ ਭਰ ਰਹੇ ਹੈ। ਤੋ ਇੱਥੇ ਗੋਇੰਦਵਾਲ ਸਾਹਿਬ ਵੀ ਮਹਾਰਾਜ ਕੁਝ ਸਮਾਂ ਰਹੇ ਸੀਗੇ। ਇੱਥੇ ਹੀ ਇੱਕ ਹਿੰਦਾਲ ਨਾਮੇ ਸਿੱਖ ਦਾ ਉਹ ਪ੍ਰਸੰਗ ਵੀ ਆਪਾਂ ਸੁਣਿਆ ਹੈ। ਇਹ ਗੋਇੰਦਵਾਲ ਸਾਹਿਬ ਦੇ ਲੰਗਰ ਵਿੱਚ ਆਟਾ ਗੁੰਨਿਆ ਕਰਦਾ ਸੀ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗਏ ਹੈ ਲੰਗਰ ਵਿੱਚ, ਸਭ ਸੰਗਤਾਂ ਮੱਥੇ ਟੇਕ ਕੇ ਚਰਨੀ ਹੱਥ ਲਾਏ ਹੈ। ਇਹ ਭਾਈ ਹਿੰਦਾਲ ਗੁਰੂ ਕੇ ਜੰਡਿਆਲੇ ਦਾ, ਜਿਹਨੂੰ ਜੰਡਿਆਲਾ ਕਹੋ, ਗੁਰੂ ਕਾ ਜੰਡਿਆਲਾ ਕਹਿ ਦਿੰਦੇ ਹੈ, ਇਹ ਨਗਰ ਸੀ ਇਹਦਾ। ਇਹ ਫਿਰ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ, ਆਟਾ ਗੁੰਨਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੇਖ ਕੇ ਸਤਿਗੁਰਾਂ ਦੇ ਚਰਨੀ ਲੱਗਣ ਵਾਸਤੇ ਅਗਾਂਹ ਵਧਿਆ। ਹੱਥ ਜਿਹੜੇ ਉਹ ਆਟੇ ਨਾਲ ਲਿਬੜੇ ਹੋਏ ਹੈ, ਤੇ ਵਿਚਾਰ ਕੀਤੀ ਵੀ ਜੇ ਦੋਵੇਂ ਹੱਥ ਧਰਤੀ 'ਤੇ ਲਾ ਕੇ ਮੱਥਾ ਟੇਕਾਂਗਾ ਤੇ ਉਹ ਫਿਰ ਆਟਾ ਜਿਹੜਾ ਵਾ ਉਹ ਰੇਤਾ ਆਦਿਕ ਲੱਗੇਗਾ, ਉਹ ਲੰਗਰ ਦੀ ਕਿਰਿਆ ਵੀ ਵਿਗੜੇਗੀ। ਪਰ ਸਤਿਕਾਰ ਵੀ ਮਹਾਰਾਜ ਦਾ ਜ਼ਰੂਰ ਕਰਨਾ ਹੈ। ਇਹ ਵਿਚਾਰ ਕਰਕੇ ਉਹ ਹੱਥ ਪਛਾਂਹ ਨੂੰ ਕਰਕੇ ਖੜੇ ਜੇ ਤੇ ਹਜ਼ੂਰ ਦੇ ਚਰਨੀ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਤੇਰਾ ਇਸ ਤਰ੍ਹਾਂ ਹੀ ਪ੍ਰਵਾਨ ਹੈ, ਤੇ ਅਗਾਂਹ ਤੇਰੀ ਐਸੀ ਸੰਪਰਦਾ ਸੀਨਾ ਵਸੀਨਾ ਚੱਲੇਗੀ ਜਿਹੜੇ ਇਸ ਤਰ੍ਹਾਂ ਮੱਥਾ ਟੇਕਿਆ ਕਰਨਗੇ। ਤੋ ਇਹ ਬਖਸ਼ਿਸ਼ਾਂ ਭਾਈ ਹਿੰਦਾਲ ਨੂੰ ਹੋਰ ਵੀ ਮਹਾਰਾਜ ਜੀ ਬੜੀ ਦਇਆ ਕੀਤੀ, ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਉੱਚੀ ਪਦਵੀ ਅਵਸਥਾ ਦਾ ਮਾਲਕ ਬਣਾਇਆ। ਇਹ ਪਾਵਨ ਪਵਿੱਤਰ ਕਥਾ ਆਪਾਂ ਸੁਣ ਰਹੇ ਸੀ। ਅੱਗੇ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਹੈ, ਉਹ ਜਿਵੇਂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨੀ ਆਉਂਦੇ ਹੈ, ਮਹਾਰਾਜ ਉਹਨਾਂ ਨੂੰ ਨਦਰੋਂ ਨਦਰ ਨਿਹਾਲ ਕਰਦੇ ਹੈ। ਬਾਬਾ ਸ਼੍ਰੀ ਚੰਦ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ, ਇਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਆਏ। ਜੋ ਵਿਚਾਰਾਂ ਹੋਈਆਂ ਉਹ ਸਾਰੀ ਕਥਾ ਅੱਗੇ ਆ ਰਹੀ ਹੈ। ਫਿਰ ਗੁਰੂ ਅਰਜਨ ਦੇਵ ਜੀ ਦਾ ਲਾਹੌਰ ਜਾਣਾ, ਉਹ ਸਾਰਾ ਪ੍ਰਸੰਗ ਆਵੇਗਾ ਜਿਵੇਂ ਆਉਂਦਾ ਹੈ। ਆਪਾਂ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ। ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਾਪਈ ਇੱਕ ਦਿਨ ਬੈਠੇ ਸਤਿਗੁਰ ਦਿਆਲੋ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਉਹ ਫਿਰ ਅੱਗੇ ਭਾਈ ਗੁਰਦਾਸ ਜੀਆਂ ਦੀ ਬਾਬ ਤੇ ਪ੍ਰਸੰਗ ਲਿਖਦੇ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਾਵਨ ਪਵਿੱਤਰ ਸਿੰਘਾਸਣ ਤੇ ਸੁਭਾਏਮਾਨ ਹੈ। ਇੱਕ ਦਿਨ ਦੀ ਗੱਲ ਹੈ। ਆਇਓ ਗੁਰਦਾਸ ਸੋ ਪ੍ਰੇਮ ਵਿਸਾਲੂ। ਭਾਈ ਗੁਰਦਾਸ ਜੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਹੈ, ਬਾਬਾ ਈਸ਼ਰ ਦਾਸ ਜੀ ਦੇ ਪੁੱਤਰ, ਇਹ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਆਉਂਦੇ। ਗੁਰਤਾ ਸਿੰਘਾਸਣ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਤੋਂ ਬਾਅਦ ਦੀ ਇਹ ਘਟਨਾ। ਹਜ਼ੂਰ ਦੇ ਚਰਨਾਂ ਵਿੱਚ ਆਏ ਹਨ, ਹੱਥ ਜੋੜ ਕੇ ਬਿਨੈ ਬਖਾਨੀ। ਤੇ ਪ੍ਰੇਮ ਵਿਸਾਲੂ ਜਿਨ੍ਹਾਂ ਦੇ ਹਿਰਦੇ ਅੰਦਰ ਬੜਾ ਥਾਹ ਪ੍ਰੇਮ ਹੈ ਗੁਰੂ ਅਮਰਦਾਸ ਮਹਾਰਾਜ ਦੇ ਪਰਥਾਏ, ਹੱਥ ਜੋੜ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ ਹੈ। ਮੋਕਾ ਸਿੱਖੀ ਦੇਹੁ ਮਹਾਨੀ। ਕਿ ਹੇ ਗੁਰੂ ਰਾਮਦਾਸ ਜੀ, ਮਹਾਰਾਜ ਮੈਨੂੰ ਵੀ ਆਪ ਜੀ ਆਪਣੇ ਦਰ ਕਰਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਹਾਨ ਮਹਾਨ ਸਿੱਖੀ ਹੈ।
ਉਹ ਦਾਨ ਦਿਓ ਬਖਸ਼ਿਸ਼ ਕਰ ਦੇਵੋ। ਦੇਖੀ ਸ਼ਰਧਾ ਤਿਨ ਕੀ ਪੂਰੀ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਜੀਆਂ ਦੀ ਜਦੋਂ ਪੂਰੀ ਪੂਰੀ ਸ਼ਰਧਾ ਵੇਖੀ, ਇੱਕ ਤਾਂ ਆਉ ਤੋਂ ਹੀ ਕਹਿੰਦੇ ਆ ਨਾ ਵੀ ਸਿੱਖੀ ਦਿਓ, ਸਿੱਖੀ ਚਾਹੀਦੀ ਆ, ਅਸੀਂ ਸਿੱਖ ਹਾਂ। ਇਸ ਤਰ੍ਹਾਂ ਨਹੀਂ, ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਹੱਥ ਜੋੜ ਕੇ ਬੇਨਤੀ ਕਰਦੇ ਆ, ਭਾਈ ਗੁਰਦਾਸ ਜੀ ਹੈ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਸਿੱਖੀ ਬੜੀ ਮਹਾਨ ਹੈ, ਕਿਰਪਾ ਕਰਕੇ ਸਾਨੂੰ ਵੀ ਇਹ ਬਖਸ਼ਿਸ਼ ਕਰੋ। ਸਤਿਗੁਰਾਂ ਭਾਈ ਗੁਰਦਾਸ ਜੀਆਂ ਦੀ ਬੜੀ ਜਦੋਂ ਸ਼ਰਧਾ ਵੇਖੀ ਪੂਰੀ, ਸਤਿਗੁਰ ਬੋਲੇ ਵਾਕ ਗੁਰੂਰੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਗੌਰਵਤਾ ਵਾਲੇ, ਵਡਿਆਈ ਦੇਣ ਵਾਲੇ ਇਹ ਬਚਨ ਬੋਲੇ ਹਨ। ਸਿਮਰਹ ਵਾਹਿਗੁਰੂ ਸਤਨਾਮੁ। ਕਿ ਭਾਈ ਸਾਹਿਬ ਗੁਰਦਾਸ, ਭਾਈ ਗੁਰਦਾਸ ਜੀ, ਸਿੱਖੀ ਹੈ ਮਿਲਦੀ ਐਸੇ ਤਰ੍ਹਾਂ ਹੀ ਨਾਮ ਜਪੋ, ਵਾਹਿਗੁਰੂ 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 ਨਾਮ ਜਪੋ, ਇਹ ਸਾਡਾ ਉਪਦੇਸ਼ ਹੈ। ਜਾਂ ਤੇ ਪਾਵਹ ਸੁਖ ਬਿਸਰਾਮੁ। ਜਿਸ ਤੋਂ ਬਿਸਰਾਮ ਨਾਮ ਟਿਕਾ ਦਾ, ਟਿਕਾ ਵਿੱਚ ਹੋਣ ਕਰਕੇ ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਨੀ ਹੈ, ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਸੁਖ ਵਿੱਚ ਟਿਕ ਜਾਵੋਗੇ। ਅਬ ਤੁਮ ਆਗਰੈ ਮਾਹੇ ਸਿਦਾਵਹ। ਤੇ ਹੁਣ ਤੁਸੀਂ ਇਥੋਂ ਆਗਰੇ ਚਲੇ ਜਾਓ। ਇੱਥੇ ਕਵੀ ਜੀ ਨੇ ਥੋੜਾ ਜਿਹਾ ਪ੍ਰਸੰਗ ਲਿਖਿਆ ਭਾਈ ਗੁਰਦਾਸ ਜੀ ਦਾ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਪਾਸੋਂ ਇਸ ਤਰ੍ਹਾਂ ਸਿੱਖੀ ਪ੍ਰਾਪਤ ਕੀਤੀ ਹੈ। ਇਥੋਂ ਭਾਈ ਗੁਰਦਾਸ ਜੀ ਨੂੰ ਪ੍ਰਚਾਰ ਵਾਸਤੇ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਆਗਰੇ ਭੇਜਿਆ ਸੀ। 6 ਕੁ ਵਰ੍ਹੇ ਦੇ ਕਰੀਬ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਤੇ ਸੁਭਾਏਮਾਨ ਰਹੇ ਹੈ। ਤੇ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਗੁਰਦਾਸ ਜੀ ਵਾਪਸ ਆ ਗਏ ਸੀ। ਉਹ ਅੱਗੇ ਪ੍ਰਸੰਗ ਆਵੇਗਾ, ਜਦੋਂ ਪ੍ਰਿਥੀ ਚੰਦ ਬਹੁਤ ਈਰਖਾ ਕਰਨ ਲੱਗਿਆ ਸੀ ਸਾਰੇ ਮਸੰਦਾਂ ਨੂੰ। ਉਹ ਗੁਰੂ ਘਰ ਦੇ ਜਿਹੜੇ ਮੋਹਰੀ ਸਿੱਖ ਸੀ, ਦਸਵੰਧ ਲੈ ਕੇ ਆਉਣ ਵਾਲੇ, ਉਹਨਾਂ ਸਾਰਿਆਂ ਨੂੰ ਆਪਦੇ ਵੱਸ ਕਰਕੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਈਰਖਾ ਕਰਨ ਲੱਗਿਆ ਸੀ। ਤੇ ਉਹ ਸਾਰਾ ਫਿਰ ਅੱਗੇ ਭਾਈ ਗੁਰਦਾਸ ਜੀ ਦਾ ਉੱਥੇ ਪ੍ਰਸੰਗ ਜਿਹੜਾ ਉਹ ਸਾਰਾ ਕਵੀ ਜੀ ਖੋਲ੍ਹ ਕੇ ਲਿਖਣਗੇ। ਇੱਥੇ ਕੇਵਲ ਉਹ ਮਹਾਰਾਜ ਦੇ ਚਰਨਾਂ ਵਿੱਚ ਆਉਣ ਤੀਕਰ ਹੀ ਇੰਨਾ ਕੁ ਲਿਖਿਆ ਹੈ। ਤੋ ਗੁਰੂ ਰਾਮਦਾਸ ਮਹਾਰਾਜ ਜੀਆਂ ਸਿੱਖੀ ਬਖਸ਼ਿਸ਼ ਕੀਤੀ। ਫਿਰ ਆਖਿਆ ਤੁਸੀਂ ਪ੍ਰਚਾਰ ਵਾਸਤੇ ਹੀ ਭਾਈ ਗੁਰਦਾਸ ਜੀ ਆਗਰੇ ਜਾਓ। ਇੱਥੋਂ ਆਗਰੇ ਭੇਜ ਦਿੱਤਾ ਹੈ। ਤਹ ਕੀ ਸੰਗਤ ਪ੍ਰੇਰ ਲਿਆਵਹ। ਤੇ ਆਗਰੇ ਉਸ ਇਲਾਕੇ ਦੀ ਸੰਗਤ ਜਿਹੜੀ ਪ੍ਰੇਰ ਕੇ ਇੱਥੇ ਸਾਡੇ ਪਾਸ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਨਾਲ ਜੋੜੋ, ਪ੍ਰੇਰ ਗੁਰੂ ਘਰ ਲੈ ਕੇ ਆਵੋ। ਸਮੇਂ ਪਾਏ ਬਾਣੀ ਤੁਮ ਕਰਨੀ। ਤੇ ਜਦੋਂ ਸਮਾਂ ਆਵੇਗਾ, ਕਿ ਫਿਰ ਮਹਾਰਾਜ ਨੇ ਭਵਿੱਖਤ ਵਾਕ ਵੀ ਕਹਿ ਦਿੱਤੇ ਵੀ ਸਮਾਂ ਆਵੇਗਾ ਤੁਸੀਂ ਬਾਣੀ ਕਰਨੀ, ਭਾਵ ਤੁਸੀਂ ਬਾਣੀ ਉਚਾਰੋਗੇ, ਆਖੋਗੇ। ਗੁਰ ਸਿੱਖਣ ਕੇ ਮਨ ਕਾ ਹਰਨੀ। ਤੇ ਜਿਹੜੀ ਸੁੱਖਾਂ ਗੁਰਸਿੱਖਾਂ ਦੇ ਮਨ ਕਉ ਹਰਨੀ, ਮਨ ਨੂੰ ਹਰਨੀ ਖੋਹਣ ਵਾਲੀ ਹੋਵੇਗੀ। ਤੁਸੀਂ ਸਮਾਂ ਆਵੇਗਾ ਬਾਣੀ ਉਚਾਰੋਗੇ, ਲਿਖੋਗੇ, ਜਿਹੜੀ ਸਿੱਖਾਂ ਦੇ ਮਨ ਨੂੰ ਮੋਹਣ ਵਾਲੀ ਹੋਵੇਗੀ। ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਵਿਤਾ ਹੈ, ਭਾਈ ਗੁਰਦਾਸ ਜੀਆਂ ਦੇ ਸਵਈਏ ਹੈ। ਉਹ ਐਸੀ ਬਾਣੀ ਹੈ, ਪੜ੍ਹਨ ਲੱਗ ਜਾਓ ਭਾਈ ਗੁਰਦਾਸ ਜੀ ਦੀਆਂ ਵਾਰਾਂ, ਤੇ ਫਿਰ ਮਨ ਕਰਦਾ ਹੀ ਨਹੀਂ ਵੀ ਹਟੀਏ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ, ਘਰ ਘਰ ਅੰਦਰ ਧਰਮਸਾਲ ਹੋਵੈ, ਕੀਰਤਨ ਸਦਾ ਵਿਸੋਆ, ਬਾਬੇ ਚਾਰੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਸ ਤਰ੍ਹਾਂ ਕਲ ਆਈ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਮਹਾਰਾਜ ਭਵਿੱਖਤ ਬਚਨ ਕਹਿ ਰਹੇ ਗੁਰੂ ਰਾਮਦਾਸ ਜੀ ਕਿ ਭਾਈ ਸਾਹਿਬ ਜੀ, ਸਮਾਂ ਆਵੇਗਾ ਤੁਸੀਂ ਬਾਣੀ ਉਚਾਰੋਗੇ, ਜਿਹੜੀ ਬਾਣੀ ਸਿੱਖਾਂ ਦੇ ਮਨ ਨੂੰ ਮੋਹਣ ਵਾਲੀ ਹੋਵੇਗੀ। ਤੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਚਾਬੀ ਵੀ ਆਖਿਆ ਜਾਂਦਾ ਵੀ ਇਹ ਚਾਬੀ ਹੈ। ਤੋ ਉਹ ਪੜ੍ਹਨੀ ਆ ਜਾਵੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਤੇ ਅਰਥ ਬਹੁਤ ਖੁੱਲ੍ਹਦੇ ਹੈ।
ਉਹਦੇ ਨਾਲ, ਕਿਉਂਕਿ ਬੜੀ ਸੁਖੈਨ ਢੰਗ ਨਾਲ ਭਾਈ ਸਾਹਿਬ ਦੀਆਂ ਉਹ ਗੁਰਬਾਣੀ ਦੇ ਕਈ ਜਿਹੜੇ ਗੋਝ ਅਰਥ ਹੈ ਉਹਦੇ ਵਿੱਚ ਵਾਰਾਂ ਵਿੱਚ ਸਵਈਏ ਕਵਿਤੇ ਇਹਨਾਂ ਵਿੱਚ ਰੱਖੇ ਹੋਏ ਹੈ, ਜਿਹਦੇ ਨਾਲ ਬੜੇ ਸ਼ਬਦਾਂ ਦੀ ਸੌਖੀ ਸਮਝ ਪੈਂਦੀ ਹੈ। ਤੋ ਮਹਾਰਾਜ ਵਰਦਾਨ ਦਿੰਦੇ ਹੈ ਕਿ ਭਾਈ ਗੁਰਦਾਸ ਜੀ ਸਮਾਂ ਆਵੇਗਾ ਤੁਸੀਂ ਬਾਣੀ ਹੁਣ ਲਿਖੋਗੇ ਵੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਲਿਖਾਰੀ ਲੱਗੇ ਹੈ ਭਾਈ ਗੁਰਦਾਸ ਜੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਹੈ ਉਹਦੇ ਲਿਖਾਰੀ ਭਾਈ ਗੁਰਦਾਸ ਜੀ ਹੋਏ ਹੈ, ਗੁਰੂ ਘਰ ਦੇ ਵੇਦ ਵਿਆਸ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਆਗਰੇ ਜਾਓ, ਉੱਥੋਂ ਦੀ ਸੰਗਤ ਨੂੰ ਪ੍ਰੇਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਨਾਲ ਜੋੜੋ, ਤੇ ਉਸ ਤੋਂ ਬਾਅਦ ਜਿਹੜਾ ਹੈ ਕੋਈ ਸਮਾਂ ਆਵੇਗਾ ਤੁਸੀਂ ਬਾਣੀ ਜਿਹੜੀ ਬਹੁਤ ਉਚਾਰਨੀ ਕਰੋਗੇ, ਆਪਦੀ ਵੀ ਵਿਚਾਰੋਗੇ, ਤੇ ਇਸ ਤਰ੍ਹਾਂ ਬਾਣੀ ਜਿਹੜੀ ਵਾ ਗੁਰਬਾਣੀ ਉਹਦਾ ਵੀ ਲਿਖਣ ਦਾ ਸੁਭਾਗ ਪ੍ਰਾਪਤ ਹੋਵੇਗਾ। ਦੋਹਰਾ ਸੁਨ ਕਰ ਬਚਨ ਦਇਆਲ ਕੇ, ਤੇ ਸੁਣ ਕੇ ਦਿਆਲੂ ਕਿਰਪਾਲੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਦੇ ਤਾਈ ਚਰਨ ਨਿਵਾਇਓ ਸੀਸ। ਭਾਈ ਗੁਰਦਾਸ ਜੀਆਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਸ਼ੀਸ਼ ਨਵਾ ਦਿੱਤਾ ਹੈ। ਆਗ੍ਰਹਿ ਕੋ ਭਿਆਨਾ ਕਰਿਓ, ਇਥੋਂ ਆਗਰੇ ਨੂੰ ਭਾਈ ਗੁਰਦਾਸ ਜੀ ਚਲੇ ਗਏ ਪ੍ਰਚਾਰ ਵਾਸਤੇ। ਜਾਨ ਗੁਰੂ ਜਗਦੀਸ਼, ਤੇ ਜਾਣਿਆ ਵੀ ਗੁਰੂ ਰਾਮਦਾਸ ਜੀ ਸਾਰੇ ਸੰਸਾਰ ਦੇ ਈਸ਼ਵਰ ਹਨ, ਮਾਲਕ ਹਨ। ਚਾਪਈ ਗੋਇੰਦਵਾਲ ਤੇ ਚੱਲੇ ਗੁਸਾਈ। ਤੇ ਇੱਥੇ ਫਿਰ ਉਹਨੂੰ ਉਸ ਸਮੇਂ ਗੋਇੰਦਵਾਲ ਸਾਹਿਬ ਸੀ ਗੁਰੂ ਰਾਮਦਾਸ ਜੀ ਮਹਾਰਾਜ। ਭਾਈ ਗੁਰਦਾਸ ਜੀਆਂ ਨਾਲ ਮੇਲ ਮਿਲਾਪ ਹੋਣ ਤੋਂ ਬਾਅਦ ਇੱਥੋਂ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਜੀ ਚੱਲੇ ਆ। ਮੋਹਨ ਮੋਹਰੀ ਵਿਦਾ ਕਰਾਈ, ਤੇ ਭਾਈ ਮੋਹਨ ਜੀ ਬਾਬਾ ਮੋਹਰੀ ਜੀ ਇਹਨਾਂ ਨੂੰ ਜਿਹੜਾ ਹੈ ਵਿਦਾ, ਬਾਬਾ ਮੋਹਨ ਜੀ ਮੋਹਰੀ ਜੀ ਇਹ ਵਿਦਾ ਕਰਨ ਵਾਸਤੇ ਆਏ ਹੈ। ਅੱਗੇ ਰਿਵਾਜ ਸੀਗਾ ਵੀ ਦੋ ਕੋ ਨਾਲ ਜਾਇਆ ਕਰਦੇ ਪੁਰਾਣੇ ਸਮਿਆਂ ਵਿੱਚ, ਤੇ ਉਹ ਮਗਰੋਂ ਜਦੋਂ ਨਾਲ ਆ ਰਹੇ ਆ ਵਿਦਾ ਵਾਸਤੇ ਗੁਰੂ ਰਾਮਦਾਸ ਜੀਆਂ ਨੇ ਕੋਹ ਜਾ ਕੇ ਫਿਰ ਇਹਨਾਂ ਨੂੰ ਪਿੱਛੇ ਮੋੜ ਦਿੱਤਾ ਹੈ, ਵਿਦਾ ਕਰ ਦਿੱਤਾ ਹੈ। ਆਪ ਸੱਚੇ ਪਾਤਸ਼ਾਹ ਜੀ ਜਾ ਰਹੇ ਗੁਰੂ ਕੇ ਚੱਕ ਨਾਵੇਂ ਜਿੱਥੇ ਨਗਰ ਵਸਾਇਆ ਹੈ। ਆਪਣ ਭਰੀ ਮਹਿ ਆਨ ਬਸਾਏ, ਇੱਥੇ ਔਂਕੜ ਨਹੀਂ ਹੈ ਪੁਰੀ ਹੋਊਗਾ। ਤੋ ਆਪਣੀ ਪੁਰੀ ਜਿਹੜਾ ਉਹ ਨਗਰ ਵਸਾਇਆ ਸੀ ਨਾ ਇਹਨਾਂ ਨੇ, ਉਸ ਨਗਰ ਵਿੱਚ ਭਾਵ ਰਮਦਾਸਪੁਰੇ ਵਿੱਚ ਜਾਂ ਗੁਰੂ ਕਾ ਚੱਕ ਕਹੋ, ਹੁਣ ਦੇ ਸਮੇਂ ਦਾ ਅੰਮ੍ਰਿਤਸਰ ਸਾਹਿਬ ਕਹੋ, ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਚੱਲ ਆਏ ਹੈ। ਜਿਨ ਸਿੱਖਨ ਕੋ ਨਾਮ ਦ੍ਰਿੜਾਏ, ਜਿਹੜੇ ਸੱਚੇ ਪਾਤਸ਼ਾਹ ਜੀਆਂ ਸਾਰਿਆਂ ਸਿੱਖਾਂ ਨੂੰ ਨਾਮ ਦੀਆਂ ਦਾਤਾਂ ਬਖਸ਼ੀਆਂ, ਨਾਮ ਦ੍ਰਿੜਾਇਆ ਹੈ। ਦੋਹਰਾ ਏਕ ਦਿਨਾ ਸ਼੍ਰੀ ਚੰਦ ਜੀ। ਤੋ ਕਵੀ ਜੀ ਫਿਰ ਅੱਗੇ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਸੰਗ ਲਿਖਦੇ ਹੈ, ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਆ। ਕਹਿੰਦੇ ਆ ਕਿ ਇਸੇ ਤਰ੍ਹਾਂ ਹੀ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗਏ ਹੈ ਗੁਰੂ ਕਾ ਚੱਕ ਨਾਵੇਂ ਨਗਰ ਵਿੱਚ, ਉਸ ਤੋਂ ਬਾਅਦ ਇੱਧਰ ਜਿਹੜੇ ਬਾਬਾ ਸ਼੍ਰੀ ਚੰਦ ਜੀ ਹਨ, ਇੱਕ ਦਿਨ ਦੀ ਵਾਰਤਾ ਹੈ। ਮਨ ਮਹਿ ਕਰਤ ਵਿਚਾਰ, ਆਪਦੇ ਮਨ ਵਿੱਚ ਬਾਬਾ ਸ਼੍ਰੀ ਚੰਦ ਜੀ ਵਿਚਾਰਾਂ ਕਰ ਰਹੇ ਐ, ਬੈਠੇ ਹੋਏ ਮਨ ਵਿੱਚ ਵਿਚਾਰ ਸੋਚ ਰਹੇ ਹਨ। ਰਾਮਦਾਸ ਅਬ ਗੁਰ ਪਏ, ਵੀ ਗੁਰੂ ਅਮਰਦਾਸ ਮਹਾਰਾਜ ਦੀ ਥਾਵੇਂ ਹੁਣ ਚੌਥੇ ਥਾਵੇਂ ਧੰਨ ਗੁਰੂ ਰਾਮਦਾਸ ਜੀ ਗੁਰੂ ਹੋਏ ਹੈ। ਗੁਰੂ ਨਾਨਕ ਪਾਤਸ਼ਾਹ ਸਾਡੇ ਗੁਰਪਿਤਾ ਦੇ ਚਲਾਏ ਪੰਥ, ਇਸ ਸਿੰਘਾਸਣ ਦੇ ਵਾਲੀ ਹੁਣ ਗੁਰੂ ਰਾਮਦਾਸ ਜੀ ਹੋ ਗਏ ਹਨ। ਹਮ ਸੋ ਕੈਸੇ ਪਿਆਰ, ਤੇ ਹੁਣ ਵੇਖੀਏ ਪਰਖਣ ਵਾਸਤੇ ਵਿਚਾਰ ਕੀਤੀ ਵੀ ਸਾਡੇ ਨਾਲ ਕਿੰਨਾ ਕੁ ਪਿਆਰ ਹੈ ਭਲਾ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਵੀ ਮਿਲੇ ਆ ਬਾਬਾ ਸ਼੍ਰੀ ਚੰਦ ਜੀ, ਗੁਰੂ ਅਮਰਦਾਸ ਮਹਾਰਾਜ ਨੂੰ ਵੀ, ਤੇ ਕਹਿੰਦੇ ਆ ਵੀ ਹੁਣ ਚੌਥੇ ਥਾਵੇਂ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਰੂਪ ਕਹਾਉਂਦੇ ਆ, ਹੈਨ ਵੀ, ਪਰ ਵੇਖੀਏ ਵੀ ਇਹਨਾਂ ਵਿੱਚ ਪਿਆਰ ਕਿੰਨਾ ਕੁ ਹੈ, ਸਾਨੂੰ ਕਿੰਨਾ ਕੁ ਪ੍ਰੇਮ ਕਰਦੇ ਆ। ਚਾਪਈ ਐਸੇ ਮਨ ਮਹਿ ਕਰਤ ਵਿਚਾਰੀ, ਉਹ ਇਹੋ ਜਿਹੀ ਵਿਚਾਰ ਜਿਹੜੀ ਮਨ ਵਿੱਚ ਬਾਬਾ ਸ਼੍ਰੀ ਚੰਦ ਜੀਆਂ ਕੀਤੀ ਹੈ। ਚੱਲੇ ਗੁਦੜੀਏ ਕਰ ਅਸਵਾਰੀ, ਤੇ ਉਮਰ ਬੜੀ ਸੀ ਬਾਬਾ ਸ਼੍ਰੀ ਚੰਦ ਜੀਆਂ ਦੀ, ਕਈਆਂ 132-35 ਵਰੇ ਲਿਖੇ ਆ, ਕਈਆਂ 145 ਵਰੇ ਦੀ ਉਮਰ ਵੀ ਲਿਖੀ ਹੈ, ਵੀ ਇੰਨੀ ਉਮਰ ਸੀ ਬਾਬਾ ਸ਼੍ਰੀ ਚੰਦ ਜੀਆਂ ਦੀ ਸਾਰੀ। ਤੋ 100 ਵਰਿਆਂ ਤੋਂ ਉੱਪਰ ਉਮਰ ਹੋਣ ਦੇ ਕਾਰਨ ਬਿਰਧ ਸਰੀਰ ਸੀ, ਉਹ ਤੁਰਨੋਂ ਫਿਰਨੋਂ ਥੋੜ੍ਹਾ ਜਿਹਾ ਦਿੱਕਤ ਸੀਗੀ। ਇਹਨਾਂ ਦਾ ਇੱਕ ਸੇਵਕ ਹੁੰਦਾ ਸੀ, ਭਾਈ ਗੋਦੜੀਆ ਨਾਮ ਸੀ।
ਉਹ ਗਲ ਵਿੱਚ ਗੋਦੜੀ ਇਸ ਤਰ੍ਹਾਂ ਉਹ ਪਾ ਕੇ ਰੱਖਣੀ। ਬਾਬਾ ਸ਼੍ਰੀ ਚੰਦ ਜੀ ਉਹਦੇ ਘਦਾੜਿਆਂ ਦੀ ਸਵਾਰੀ ਕਰਦੇ ਹੁੰਦੇ ਸੀ। ਜਿੱਧਰ ਵੀ ਜਾਣਾ ਉਹ ਭਾਈ ਗੋਦੜੀਏ ਨਹੀਂ ਲੈ ਕੇ ਜਾਣਾ। ਜਿਵੇਂ ਉਹ ਘਦਾੜਿਆਂ ਜਿਹਾਂ 'ਤੇ ਚੜ੍ਹ ਜਾਂਦੇ ਆ ਇਸ ਤਰ੍ਹਾਂ ਉਹਨਾਂ ਚੜ੍ਹ ਜਾਣਾ, ਸੱਜ ਜਾਣਾ। ਤੋ ਭਾਈ ਗੋਦੜੀਆ ਜੀ ਜਿਹੜੇ ਹੈ ਉਹ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਪੁਕਾਰਿਆ ਤੇ ਉਹਨਾਂ ਦੀ ਅਸਵਾਰੀ ਕੀਤੀ, ਭਾਵ ਉਹਦੇ ਮੋਢਿਆਂ ਤੇ ਜਿਵੇਂ ਚੜ੍ਹ ਗਏ ਹਨ। ਸੁਣ ਕੈ ਰਾਮਦਾਸ ਗੁਰ ਪੂਰੇ। ਤੇ ਇਧਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਜ਼ੁਰਗ ਬਾਬਾ ਸ਼੍ਰੀ ਚੰਦ ਜੀ ਆ ਰਹੇ ਆ, ਤੂਰਨ ਚੱਲੇ ਪ੍ਰੇਮ ਭਰਪੂਰੇ। ਤੇ ਅੱਗੋਂ ਦੀ ਲੈਣ ਵਾਸਤੇ ਗੁਰੂ ਰਾਮਦਾਸ ਜੀ ਚੱਲੇ ਆ, ਜਿਹੜੇ ਪ੍ਰੇਮ ਦੇ ਭਰੇ ਹੋਏ ਹਨ। ਹਾਥ ਜੋੜ ਕਰ ਕਰੀ ਪ੍ਰਣਾਮੋ। ਤੇ ਪ੍ਰਣਾਮ ਕੀਤੀ ਬਾਬਾ ਸ਼੍ਰੀ ਚੰਦ ਜੀਆਂ ਨੂੰ, ਦੋਵੇਂ ਹੱਥ ਜੋੜ ਕੇ ਝੁਕ ਕੇ ਪ੍ਰਣਾਮ ਨਮਸਕਾਰ ਕੀਤੀ ਹੈ। ਆਨੇ ਘਰ ਮਹਿ ਬਿਨੈ ਬਖਾਨੋ। ਜਿੱਥੇ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਉੱਥੇ ਸਥਾਨ ਹੈ, ਪ੍ਰਣਾਮ ਨਮਸਕਾਰ ਕੀਤੀ ਹੈ। ਉੱਥੋਂ ਫਿਰ ਬਾਬਾ ਸ਼੍ਰੀ ਚੰਦ ਜੀਆਂ ਨੂੰ ਗੁਰੂ ਕੇ ਮਹਿਲ ਆਪਣੇ ਘਰ ਵਿੱਚ ਸਤਿਗੁਰੂ ਲੈ ਕੇ ਆਏ ਹਨ। ਏਕ ਸੋ ਹੈ 5-7 ਰੁਪਈਆ। ਏਕ ਸੋ ਹੈ, ਇੱਕ ਘੋੜਾ ਹੈ ਨਾਮ ਘੋੜੇ ਦਾ, ਤੇ 500 ਰੁਪਈਆ ਦਰਸ਼ਨਾਂ ਦੀ ਭੇਟ ਆ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦਿੱਤੀ ਹੈ ਬਾਬਾ ਸ਼੍ਰੀ ਚੰਦ ਜੀ ਨੂੰ। ਇੱਕ ਘੋੜਾ ਹੈ ਨਾਲ 500 ਰੁਪਈਆ ਉਹਨਾਂ ਸਮਿਆਂ ਦਾ। ਦੀਨ ਭੇਟ ਬਹ ਸੇਵ ਕਮਈਆ। ਤੇ ਨਾਲੇ ਬੜੀ ਸੇਵਾ ਕੀਤੀ, ਆਇਆਂ ਦੀ ਸੇਵਾ ਕਮਾਈ ਹੈ, ਇਸ ਤਰ੍ਹਾਂ ਭੇਟਾਵਾਂ ਦਿੱਤੀਆਂ ਹਨ। ਏਕ ਜਾਮ ਦਿਨ ਜਬੈ ਰਹਾਇਓ। ਤੇ ਇਸ ਤਰ੍ਹਾਂ ਆਇਆ ਹੁਣ ਜਦੋਂ ਇੱਕ ਪਹਿਰ ਦਿਨ ਪਿੱਛੇ ਰਹਿ ਗਿਆ, ਜਿਵੇਂ ਆ ਹੁਣ ਵੇਲਾ ਜਿਹਾ ਹੋਇਆ, ਇੰਨਾ ਕੁ ਸਮਾਂ ਜਦੋਂ ਹੋਇਆ, ਇੱਕ ਪਹਿਰ ਜਦੋਂ ਦਿਨ ਪਿੱਛੇ ਰਹਿ ਗਿਆ ਹੈ। ਆਏ ਰਬਾਬੀ ਕੀਰਤਨ ਗਾਇਓ। ਸੰਧਿਆ ਸਮਾਂ ਹੋਣ ਕਰਕੇ ਰਬਾਬੀ ਪਹੁੰਚ ਗਏ ਹੈ ਤੇ ਕੀਰਤਨ ਸ਼ੁਰੂ ਹੋ ਗਿਆ ਹੈ। ਉੱਚ ਸਥਾਨ ਸ਼੍ਰੀ ਚੰਦ ਬਿਠਾਏ। ਤੇ ਗੁਰੂ ਰਾਮਦਾਸ ਮਹਾਰਾਜ ਜੀ ਉਚਿਤ ਜਗ੍ਹਾ ਤੇ ਬਾਬਾ ਸ਼੍ਰੀ ਚੰਦ ਜੀਆਂ ਨੂੰ ਗੁਰੂ ਨਾਨਕ ਮਹਾਰਾਜ ਦੇ ਸਾਹਿਬਜ਼ਾਦੇ ਜਾਣ ਕੇ ਉੱਚੇ ਥਾਂ ਤੇ ਬਿਠਾਇਆ ਹੈ। ਆਪ ਨਿਮਰ ਕਰ ਤਰੇ ਤਕਾਏ। ਤੇ ਆਪ ਨਿਮਰਤਾ ਕਰਕੇ ਨੀਵੇਂ ਥਾਂ ਬੈਠੇ। ਕਈ ਬਾਬਾ ਸ਼੍ਰੀ ਚੰਦ ਜੀਆਂ ਨੂੰ ਵੀ ਬੜੇ ਅਪਸ਼ਬਦ ਬੋਲਦੇ ਆ, ਜਿਹੜੇ ਹੁਣ ਕਹਿੰਦੇ ਆ ਜੀ ਅਸੀਂ ਪੜ੍ਹੇ ਲਿਖੇ ਸਿੱਖ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਇੰਨਾ ਸਤਿਕਾਰ ਕਰਦੇ ਰਹੇ। ਜੇ ਅੱਗੇ ਹੋਰ ਪ੍ਰਸੰਗ ਆਉਣਾ ਹੈ, ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਮਹਾਰਾਜ, ਇੰਨਾ ਸਾਰਾ ਜਿਹੜਾ ਵਾ ਉਹ ਸੱਚੇ ਪਾਤਸ਼ਾਹ ਪੰਜ ਪਾਤਸ਼ਾਹੀਆਂ ਨੇ ਸਤਿਕਾਰ ਕੀਤਾ। ਤੋ ਕਈ ਉਹ ਫਿਰ ਇਸ ਨੂੰ ਜਿਹੜਾ ਵਾ ਉਹ ਆਖੇ ਜੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਆਕੀ ਹੋਏ ਆ। ਜੇ ਵਧੀਆ ਹੁੰਦੇ ਗੁਰਤਾ ਮਿਲਦੀ, ਗੁਰਤਾ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਨਹੀਂ ਮਿਲੀ। ਤੁਸੀਂ ਪ੍ਰਸੰਗ ਸੁਣਿਆ ਜਦੋਂ ਅੱਗੇ ਸਰੋਵਰ ਦੀ ਖੁਦਾਈ ਤੋਂ ਬਾਅਦ ਉਹ ਆਵੇਗਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਜੀ ਇਹਨਾਂ ਨੂੰ ਸੁਣਾਓ ਕੋਈ ਗੱਲ, ਸਿੱਖਾਂ ਨੂੰ ਹੰਕਾਰੀ ਹੋਏ ਆ। ਆਂਦੇ ਅਸੀਂ ਸੇਵਾ ਬਹੁਤ ਕਰਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਫਿਰ ਉੱਥੇ ਉਹ ਪ੍ਰਸੰਗ ਦੱਸਦੇ ਆ, ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਰਖ ਲਈ ਸੀ ਨਾ ਵੀ ਮੁਰਦਾ ਖਾਓ, ਇੱਕ ਮੈਂ, ਇੱਕ ਭਾਈ ਭਗੀਰਥ, ਭਾਈ ਸਧਾਰਨ ਜੀ, ਅਸੀਂ ਸਾਰੇ ਹੀ ਝਾੜੀਆਂ 'ਚ ਵੜ ਗਏ ਸੀ। ਭਾਈ ਲਹਿਣਾ ਜੀ ਇਕੱਲੇ ਹੀ ਰਹਿ ਗਏ ਸਨ। ਤੋ ਪਰਖ ਦੇ ਸਮੇਂ ਤਾਂ ਉਹ ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਨਾ ਟਿਕੇ। ਜੇ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਹੈ, ਫਿਰ ਬਾਬਾ ਸ਼੍ਰੀ ਚੰਦ ਜੀ ਦਾ ਕਿਉਂ ਨਹੀਂ। ਤੋ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਣਨ, ਉਹਨਾਂ ਦੇ ਸਾਹਿਬਜ਼ਾਦੇ ਜਾਣਨ, ਆਪਾਂ ਕੌਣ ਆ। ਤੋ ਇਸ ਤਰ੍ਹਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਇੰਨਾ ਪ੍ਰੇਮ ਕੀਤਾ, ਸਤਿਕਾਰ ਕੀਤਾ ਵੀ ਇਹ ਸਾਡੇ ਗੁਰੂ ਦੇਵ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਹੈ। ਆਪ ਹੇਠਾਂ ਬੈਠੇ ਹੈ, ਉਹਨਾਂ ਨੂੰ ਉੱਚੇ ਥਾਂ ਤੇ ਸੰਗਤ ਵਿੱਚ ਬਿਠਾਇਆ ਹੈ। ਸ਼੍ਰੀ ਚੰਦ ਬੋਲੇ ਤਤਕਾਲੂ। ਫਿਰ ਪਰਖ ਕਰਨ ਵਾਸਤੇ ਵੀ ਨਿਮਰਤਾ ਵਿਖਾਵੇ ਮਾਤਰ ਹੈ ਕਿ ਦਿਲੋਂ ਨਿਮਰਤਾ, ਸੱਚੀਓ ਨਿਮਰਤਾ ਹੈ ਗੁਰੂ ਰਾਮਦਾਸ ਮਹਾਰਾਜ ਵਿੱਚ। ਪਰਖ ਕਰਨ ਵਾਸਤੇ ਬਾਬਾ ਸ਼੍ਰੀ ਚੰਦ ਜੀ ਬੋਲਦੇ ਆ, ਕਰਤ ਪਰਖਣਾ ਪ੍ਰੇਮ ਦਿਆਲੂ। ਵੀ ਇਹ ਪ੍ਰੇਮ ਹਨ, ਦਇਆ ਦੇ ਆਲੂ ਘਰ ਹਨ। ਇਹਨਾਂ ਦੇ ਹਿਰਦੇ ਵਿੱਚ ਸੱਚੀ ਪ੍ਰੇਮ ਹੈ ਸਾਡੇ ਪਰਥਾਏ ਕੇ ਵੈਸੇ ਉਤੋਂ ਤੋਂ ਹੀ ਹੈ। ਪਰਖਣ ਵਾਸਤੇ ਬਾਬਾ ਸ਼੍ਰੀ ਚੰਦ ਜੀ ਬੋਲੇ ਆ, ਇਤਨਾ ਦਾੜਾ ਕੈਸ ਬਧਾਇਓ। ਕਿ ਹੇ ਗੁਰੂ ਰਾਮਦਾਸ ਜੀ, ਦਾੜਾ ਬਹੁਤ ਵੱਡਾ ਹੈ, ਇਹ ਦਾੜਾ ਤੁਸੀਂ ਕਿਉਂ ਵਧਾਇਆ। ਹੁਣ ਵੀ ਉਹ ਫੋਟੋਆਂ ਵੇਖੋ, ਗੁਰੂ ਰਾਮਦਾਸ ਮਹਾਰਾਜ ਦਾ ਦਾੜਾ
ਬਹੁਤ ਲੰਮਾ ਸੀ ਸੱਚੇ ਪਾਤਸ਼ਾਹ ਜੀਆਂ ਦਾ। ਤੋ ਬਾਬਾ ਸ਼੍ਰੀ ਚੰਦ ਜੀ ਬੋਲੇ ਆ, ਬਾਬਾ ਵਾਹਿਗੁਰੂ ਗੁਰੂ ਰਾਮਦਾਸ ਜੀ, ਇਹ ਦਾੜਾ ਜਿਹੜਾ ਵਾ ਕਿਸ ਕਾਰਨ ਇੰਨਾ ਲੰਮਾ ਹੈ, ਵਧਾਇਆ ਹੈ। ਸੁਨ ਕੈ ਸਤਿਗੁਰ ਪੇ ਨਿਮਰਾਇਓ। ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਮਰਤਾ ਦੀ ਮੂਰਤ ਹੈ। ਇਹ ਤਾਂ ਉਸ ਗੁਰਤਾ ਤੇ ਬੈਠੇ ਆ ਜਿੱਥੇ ਦਾਤੂ ਵਰਗੇ ਲੱਤ ਮਾਰਦੇ ਆ ਤੇ ਉਹ ਚਰਨ ਫੜ ਕੇ ਕਹਿੰਦੇ ਜੀ ਕਿਤੇ ਮੇਰਾ ਸਰੀਰ ਬਿਰਧ ਹੈ, ਤੁਹਾਡੇ ਪੈਰ ਨੂੰ ਕੋਈ ਕਸ਼ਟ ਨਾ ਹੋਇਆ ਹੋਵੇ, ਲਿਆਓ ਮੈਂ ਪਲੋਸ ਦੇਵਾਂ, ਮਾਲਿਸ਼ ਕਰ ਦੇਵਾਂ। ਉਸੇ ਗੁਰਤਾ ਦੇ ਮਾਲਕ ਗੁਰੂ ਰਾਮਦਾਸ ਜੀ ਨਿਮਰਤਾ ਭਾਵ ਵਿੱਚ ਆ ਕੇ ਬੋਲਦੇ ਆ, ਦੋਹਰਾ ਚਰਨ ਗਹੇ ਕਰ ਪ੍ਰੇਮ ਸੋ। ਬੜੇ ਪ੍ਰੇਮ ਦੇ ਨਾਲ ਬਾਬਾ ਸ਼੍ਰੀ ਚੰਦ ਜੀਆਂ ਦੇ ਚਰਨ ਪਕੜ ਲਏ ਆ ਗੁਰੂ ਰਾਮਦਾਸ ਜੀਆਂ। ਪਹੁੰਚੈ ਬਾਰੰਬਾਰ। ਤੇ ਜਿਵੇਂ ਉਹ ਪੈਰ ਪੂੰਝਣੇ ਹੋਣ ਇਸ ਤਰ੍ਹਾਂ ਪੈਰੀ ਪੈਣ ਦਾੜੇ ਨਾਲ, ਇਸ ਤਰ੍ਹਾਂ ਅੱਗੇ ਵਧੇ ਆ ਗੁਰੂ ਰਾਮਦਾਸ ਜੀ ਮਹਾਰਾਜ, ਵਾਰ-ਵਾਰ ਅੱਗੇ ਹੁੰਦੇ ਆ। ਇਸ ਹੀ ਹੇਤ ਵਧਾਤ ਭੇ। ਕਹਿੰਦੇ ਲਓ ਬਾਬਾ ਸ਼੍ਰੀ ਚੰਦ ਜੀ, ਐਸੇ ਹੀ ਕਾਰਨ ਅਸੀਂ ਜਿਹੜਾ ਵਾ ਉਹ ਕਿਰਿਆ ਜਿਹੜੀ ਅਸੀਂ ਕਰਨ ਲੱਗੇ ਆ ਤੁਹਾਡੇ ਚਰਨ ਪੂੰਝਣ ਦੀ, ਇਸੇ ਵਾਸਤੇ ਇਹ ਵਧਾਇਆ ਹੋਇਆ ਹੈ। ਸੁਣੀਏ ਗੁਰ ਸਤ ਦਿਆਰ। ਇਹ ਸੁਣੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਿਆਲੂ ਕਿਰਪਾਲੂ ਪਾਤਸ਼ਾਹ ਦੇ ਦਿਆਲੂ ਪੁੱਤਰ ਸ਼੍ਰੀ ਚੰਦ ਬਾਬਾ ਜੀਓ। ਦੇਖ ਨਿਮਰਤਾ ਗੁਰੂ ਕੀ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੇ ਹਿਰਦੇ ਵਿੱਚੋਂ ਇੰਨੀ ਜਦੋਂ ਨਿਮਰਤਾ ਬਾਬਾ ਸ਼੍ਰੀ ਚੰਦ ਜੀਆਂ ਵੇਖੀ ਹੈ, ਸ਼੍ਰੀ ਚੰਦ ਪਏ ਪ੍ਰਸੰਨ। ਤੇ ਬਾਬਾ ਸ਼੍ਰੀ ਚੰਦ ਜੀ ਫਿਰ ਬਹੁਤ ਖੁਸ਼ ਹੋਏ ਆ ਵੀ ਇੰਨੀ ਨਿਮਰਤਾ ਵੀ ਸਾਡੇ ਚਰਨੀ ਪੈਣ ਤੀਕਰ ਜਾਂਦੇ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੀ ਰੂਪ। ਬਹੁਤ ਪ੍ਰਸੰਨ ਹੋਏ ਹਨ। ਅੰਗਦ ਲੀਨੇ ਸੇਵਕਾਰ। ਤਾਂ ਫਿਰ ਬੋਲੇ ਆ, ਕਹਿੰਦੇ ਆ ਹੇ ਸ਼੍ਰੀ ਗੁਰੂ ਰਾਮਦਾਸ ਜੀ, ਬਸ ਇਸੇ ਇਹ ਨਿਮਰਤਾ ਦੀ ਘਾਟ ਸੀ ਤੇ ਅਸੀਂ ਰਹਿ ਗਏ ਵਾਂਝੇ ਪਿਤਾ ਦੀ ਗੁਰਤਾ ਤੋਂ। ਸਾਡੇ ਵਿੱਚ ਇਹ ਨਿਮਰਤਾ ਹੁੰਦੀ ਤੇ ਭਾਈ ਲਹਿਣਾ ਜੀ ਗੁਰਤਾ ਕਿਵੇਂ ਲੈਂਦੇ। ਅੰਗਦ ਲੀਨੀ ਸੇਵਕਾਰ। ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੇ ਜੇ ਲਈ ਹੈ ਨਿਮਰਤਾ ਦੇ ਨਾਲ ਸੇਵਾ ਕਰਕੇ ਇਹ ਗੁਰਤਾ ਪ੍ਰਾਪਤ ਕੀਤੀ ਹੈ। ਤੁਮਰੋ ਪ੍ਰੇਮ ਅਨੰਨ। ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਗੁਰਤਾ ਪ੍ਰਾਪਤ ਕੀਤੀ, ਉਹਨਾਂ ਦੀ ਸੇਵਾ ਕਰਕੇ ਤੁਸੀਂ ਲਈ ਹੈ। ਚੁਕੇ ਹੋ ਨਿਮਰਤਾ ਹੈ ਤੋ ਅੱਜ ਤਖਤ ਤੇ ਬੈਠੇ ਹੋ। ਆਪਸ ਕਹੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਅਸੀਂ ਜਿਹੜੇ ਹਾਂ ਉਹ ਨਿਮਰਤਾ ਨਹੀਂ ਸੀ ਤੇ ਫਿਰ ਵਾਂਝੇ ਰਹਿ ਗਏ ਗੁਰੂ ਦੇ ਪੁੱਤਰ ਹੋਣ ਦੇ ਬਾਵਜੂਦ ਵੀ। ਤੇ ਭਾਈ ਲਹਿਣਾ ਜੀ ਸਿੱਖ ਸੇਵਕ ਹੋ ਕਰਕੇ, ਦਾਸ ਹੋ ਕਰਕੇ ਸਾਰਾ ਕੁਝ ਲੈ ਗਏ। ਤੁਹਾਡਾ ਪ੍ਰੇਮ ਜਿਹੜਾ ਅਨੰਨ ਹੈ, ਜਿਹੜਾ ਹੈ ਇੱਕ ਰਸ ਹੈ, ਬਹੁਤਾ ਅਥਾਹ ਪ੍ਰੇਮ ਹੈ ਤੁਹਾਡਾ। ਤੁਮਰੀ ਮਹਿਮਾ ਅਧਿਕ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਮਹਿਮਾ ਬਹੁਤ ਹੈ, ਬੇਅੰਤ ਬੇਅੰਤ ਹੈ। ਕਹੀਏ ਕਾਹੇ ਬਨਾਏ। ਆ ਕਿੰਨੀ ਕੁ ਤੁਹਾਨੂੰ ਦਸੀਏ, ਦੱਸੀ ਨਹੀਂ ਜਾਂਦੀ। ਤੁਹਾਡੀ ਮਹਿਮਾ ਵਡਿਆਈ ਕਿੰਨੀ ਹੈ, ਦੱਸ ਨਹੀਂ ਹੁੰਦੀ ਹੈ। ਤੁਮਰੇ ਸਰ ਮੈਂ ਜੋ ਮੱਝਾ ਹੈ। ਤੇ ਤੁਹਾਡੇ ਬਾਕੀ ਜਿਹੜਾ ਸਰੋਵਰ ਦੀ ਆ ਖੁਦਾਈ ਹੋ ਰਹੀ ਹੈ, ਤੁਹਾਡੇ ਖੁਦਾਏ ਹੋਏ ਪੱਟੇ ਹੋਏ ਸਰੋਵਰ ਵਿੱਚ ਜਿਹੜਾ ਵੀ ਪ੍ਰਾਣੀ ਇਸ਼ਨਾਨ ਕਰੇਗਾ, ਪਾਪੀ ਪੀ ਗਤ ਪਾਏ। ਪਾਪੀ ਵੀ ਜਿਹੜਾ ਹੈ ਉਹ ਗਤ ਕਲਿਆਣ ਪਾਵੇਗਾ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਏ। ਇਹ ਸਰੋਵਰ ਜਿਹੜਾ ਨਾ ਅੰਮ੍ਰਿਤਸਰ ਸਾਹਿਬ, ਹੇ ਗੁਰੂ ਰਾਮਦਾਸ ਜੀ, ਇੱਥੇ ਕੋਈ ਨਹਾਏਗਾ ਇਸ਼ਨਾਨ ਕਰੇਗਾ, ਪਾਪੀ ਦੀ ਵੀ ਕਲਿਆਣ ਹੋ ਜਾਇਆ ਕਰੇਗੀ। ਇਹ ਬਾਬਾ ਸ਼੍ਰੀ ਚੰਦ ਜੀ ਬੋਲਦੇ ਆ। ਐਸੇ ਵਰਦੈ ਚਲਤ ਭੇ। ਇਹੋ ਜਿਹੇ ਵਰਦਾਨ ਦੇ ਕੇ ਬਾਬਾ ਸ਼੍ਰੀ ਚੰਦ ਜੀ ਚੱਲੇ ਆ ਜਹਪੁਰ ਸ਼੍ਰੀ ਕਰਤਾਰ। ਜਿੱਥੇ ਕਰਤਾਰਪੁਰ ਸਾਹਿਬ ਦਾ ਨਗਰ ਹੈ, ਇਹਦੇ ਲਾਗੇ ਹੀ ਉਹ ਟਾਹਲੀ ਸਾਹਿਬ ਜਾਂ ਟਾਹਲਾ ਸਾਹਿਬ ਸਥਾਨ ਜਿਹੜਾ ਬਾਬਾ ਸ਼੍ਰੀ ਚੰਦ ਜੀਆਂ ਦਾ ਹੈ ਹੁਣ ਵੀ। ਇੱਕ ਬਾਬਾ ਸ਼੍ਰੀ ਚੰਦ ਜੀਆਂ ਨਗਰ ਵਸਾਇਆ ਸੀ 62 ਨਾਮੇ ਨਗਰ। ਉਹ ਇੱਥੇ ਪਠਾਨਕੋਟ ਦੇ ਲਾਗੇ 7 ਕੁ ਮੀਲ ਦੀ ਦੂਰੀ ਤੇ ਹੈ। ਉੱਥੇ ਮੇਰਾ ਖਿਆਲ ਹੁਣ ਚੱਲਦੇ ਪਏ ਸਮਾਗਮ ਬਾਬਾ ਸ਼੍ਰੀ ਚੰਦ ਜੀਆਂ ਦੀ ਯਾਦ ਵਿੱਚ। 62 ਨਾਮੇ ਨਗਰ ਪਠਾਨਕੋਟ ਇੱਧਰ ਨੂੰ ਕਹੋ, ਜਾਂ ਫਿਰ ਕਰਤਾਰਪੁਰ ਸਾਹਿਬ ਟਾਹਲਾ ਸਾਹਿਬ ਨੂੰ ਕਹੋ, ਇੱਧਰ ਨੂੰ ਬਾਬਾ ਸ਼੍ਰੀ ਚੰਦ ਜੀ ਭਾਵ ਆਪਦੇ ਨਗਰ ਨੂੰ ਘਰ ਨੂੰ ਤੁਰੇ ਆ। ਆਪਨ ਥਾਨ ਸ਼੍ਰੀ ਪ੍ਰਭ ਆਏ। ਤੇ ਗੁਰੂ ਰਾਮਦਾਸ ਮਹਾਰਾਜ ਜੀ ਆਪਦੇ ਸਥਾਨ ਤੇ ਆਪਣੇ ਘਰ ਗੁਰੂ ਕੇ ਮਹਿਲ ਆ ਗਏ ਹਨ। ਪਤ ਤੇ ਉਧਾਰਨ ਹਾਰ। ਜਿਹੜੇ ਨੀਚਾਂ ਨੂੰ ਉਧਾਰਨ ਵਾਲੇ ਸਤਿਗੁਰੂ ਰਾਮਦਾਸ ਜੀ ਹਨ। ਦੋਹਰਾ
ਸਤਿਗੁਰ ਸਰਬ ਅਤੀਤ। ਤੋ ਅੱਗੇ ਇਹ ਕਵੀ ਜੀ ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਤਾਂ ਸਾਰੇ ਕਾਰਨਾਂ ਕਰਕੇ ਜਾਂ ਸਰਬ ਤਰ੍ਹਾਂ ਨਾਲ ਅਤੀਤ ਹੈ, ਅਸੰਗ ਹਨ, ਨਿਰਲੇਪ ਹਨ। ਨਿਤ ਕਰ ਮਨ ਤੇ ਨਿਰਲੇਪ। ਤੇ ਸਤਿਗੁਰ ਸਰਬ ਅਤੀਤ ਨਿਤ ਕਰਮਨ ਤੇ ਨਿਰਲੇਪ। ਨਿਤਾ ਪ੍ਰਤੀ ਗੁਰੂ ਰਾਮਦਾਸ ਜੀ ਨਿਰਲੇਪ ਰਹਿਣ ਵਾਲੇ ਆ, ਅਸੰਗ ਰਹਿਣ ਵਾਲੇ ਆ, ਸਾਰੇ ਕਰਮਾਂ ਨਿਤ ਨਿਮਿਤ ਕਰਮਾਂ ਪਾਸੋਂ। ਮਾਇਆ ਕੇ ਦੁਖ ਸੁਖ ਜੀਤੇ। ਕਿਉਂਕਿ ਜਿਹੜੀ ਮਾਇਆ ਹੈ ਦੁੱਖਾਂ ਦੇ ਸਹਿਤ ਹੈ, ਸੁੱਖ ਵੀ ਦਿੰਦੀ ਹੈ ਦੁੱਖ ਵੀ ਦਿੰਦੀ ਹੈ। ਪਰ ਗੁਰੂ ਰਾਮਦਾਸ ਜੀ ਸਾਰੀ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਸ ਮਾਇਆ ਤੋਂ ਮਿਲਣ ਵਾਲੇ ਦੁੱਖਾਂ ਤੇ ਸੁੱਖਾਂ ਤੋਂ ਕਾਰਨ ਹੈ ਸਕਹਿ ਵਿਖੇਪ। ਦੁੱਖ ਸੁੱਖ ਜਿਹੜੇ ਵਿਖੇਪ ਕਹੀਏ ਦੁਖੀ ਨਹੀਂ ਕਰ ਸਕਦੇ ਜਾਂ ਪੋਹ ਨਹੀਂ ਸਕਦੇ। ਗੁਰੂ ਰਾਮਦਾਸ ਮਹਾਰਾਜ ਦਾ ਮਨ ਖਿੰਡਾ ਨਹੀਂ ਸਕਦੇ, ਮਨ ਨੂੰ ਤੋੜ ਨਹੀਂ ਸਕਦੇ। ਬਿਰਤੀ ਸਤਿਗੁਰਾਂ ਦੀ ਇੱਕ ਰਸ ਰਹਿੰਦੀ ਹੈ। ਮਾਇਆ ਦੇ ਸੁੱਖ ਦੇ ਨਾਲ ਗੁਰੂ ਰਾਮਦਾਸ ਜੀਆਂ ਦਾ ਮਨ ਪਰਮੇਸ਼ਰ ਤੋਂ ਟੁੱਟਦਾ ਨਹੀਂ, ਨਾ ਮਾਇਆ ਤੋਂ ਹੋਣ ਵਾਲੇ ਝਗੜੇ ਕਰਕੇ। ਸਤਿਗੁਰੂ ਸਦਾ ਇੱਕ ਰਸ ਬਿਰਤੀ ਟਿਕਾ ਰੱਖਦੇ ਆ। ਚਾਪਈ ਪੁਨ ਸਤਿਗੁਰ ਬੈਠੇ ਦਿਨ ਏਕ। ਤੋ ਇਸ ਤਰ੍ਹਾਂ ਇੱਕ ਕੁ ਦਿਨ ਸੱਚੇ ਪਾਤਸ਼ਾਹ ਮਹਾਰਾਜ, ਇੱਕ ਦਿਨ ਦੀ ਗੱਲ ਹੈ, ਕਵੀ ਜੀ ਕਹਿੰਦੇ ਹਜ਼ੂਰ ਐ ਸਜ ਬੈਠੇ ਹਨ। ਸਿੱਖ ਚਾਹ ਦਿਸ ਜੋ ਚਹਿਤ ਵਿਵੇਕ। ਤੇ ਸਾਰੇ ਸਿੱਖ ਮਹਾਰਾਜ ਦੇ ਚੌਂ ਪਾਸੇ ਬੈਠੇ ਹੋਏ ਆ। ਜਿਹੜੇ ਮਹਾਰਾਜ ਤੋਂ ਬਿਬ ਏਕ ਜੀਵ ਈਸ਼ ਦੀ ਏਕਤਾ ਵਾ ਉਹ ਕੀ ਗਿਆਨ ਕਰਵਾਉਂਦਾ। ਉਹ ਜਿਹੜਾ ਆਤਮ ਵਿਸ਼ੈਣੀ ਬੁੱਧ ਦੀ ਪ੍ਰਾਪਤੀ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਬੈਠੇ ਹੋਏ ਆ। ਗਿਆਨ ਦੀ ਇੱਛਾ ਰੱਖਦੇ ਵੀ ਮਹਾਰਾਜ ਸਾਨੂੰ ਕੋਈ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਨਾ। ਸੁਨਬੇ ਕੇ ਅਭਿਲਾਖਾਵਾਨ। ਮਹਾਰਾਜ ਤੋਂ ਕੋਈ ਗਿਆਨ ਦੀ ਗੱਲ, ਕੋਈ ਮਹਾਰਾਜ ਤੋਂ ਸਿੱਖਿਆ ਉਪਦੇਸ਼ ਸੁਣਨ ਦੀ ਇੱਛਾ ਰੱਖ ਰਹੇ ਹਨ। ਗੁਰ ਕੇ ਬਾਕ ਦੇਤ ਕਲਿਆਣ। ਕਿਉਂਕਿ ਸਿੱਖ ਜਾਣਦੇ ਆ ਵੀ ਗੁਰੂ ਰਾਮਦਾਸ ਮਹਾਰਾਜ ਦੇ ਮੁਖੋਂ ਨਿਕਲੇ ਹੋਏ ਜਿਹੜੇ ਬਚਨ ਆ ਉਹ ਬੜੀ ਮੁਕਤੀ ਦਿੰਦੇ ਆ, ਕਲਿਆਣ ਸੁੱਖ ਪ੍ਰਾਪਤ ਕਰਵਾਉਂਦੇ ਆ। ਸੁਨਹ ਸਿੱਖ ਤੁਮ ਮੋਹ ਕਹ ਪਿਆਰੇ। ਤੇ ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖ ਬੇਨਤੀਆਂ ਕਰਦੇ ਆ। ਗਰੀਬ ਨਵਾਜ ਫਿਰ ਇਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਬੋਲੇ ਕਿ ਇਹ ਸਿੱਖੋ, ਤੁਸੀਂ ਸਾਰੇ ਮੈਨੂੰ ਪਿਆਰੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਤੁਸੀਂ ਭਾਈ ਸਾਨੂੰ ਸਾਰੇ ਇੱਕੋ ਜਿਹੇ ਹੋ, ਪਿਆਰੇ ਹੋ। ਮਾਨੁਖ ਜਨਮ ਦੁਲੱਭ ਕੋ ਤਾਰੇ। ਤੇ ਉਪਦੇਸ਼ ਇਹ ਹੈ ਭਾਈ ਵੀ ਜਿਹੜਾ ਮਨੁੱਖਾ ਸਰੀਰ ਮਿਲਿਆ ਦੁਰਲੱਭ ਹੈ। ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ। ਇਹ ਦੁਰਲੱਭ ਪ੍ਰਾਪਤ ਹੋਣ ਵਾਲੀ ਜਿਹੜੀ ਮਨੁੱਖਾ ਦੇਹੀ ਹੈ, ਉਸ ਤੁਸੀਂ ਸਾਰੀ ਉਹ ਮਨੁੱਖਾ ਸਰੀਰ ਧਾਰਿਆ ਹੈ। ਹਰ ਸਿਮਰਨ ਬਿਨ ਬ੍ਰਿਥਾ ਨ ਖੂਬਾ। ਤੇ ਇਹਨਾਂ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਨਮ ਨੂੰ ਬਿਅਰਥ ਨਾ ਗਵਾਓ। ਨਾਮ ਬਿਨਾਂ ਬਿਰਥਾ ਸਭ ਜਾਏ। ਨਾਮ ਤੋਂ ਬਿਨਾਂ ਜਨਮ ਜਿਹੜਾ ਬਿਅਰਥ ਹੈ ਤੇ ਮਿਲਿਆ ਔਖਾ ਹੈ। ਨਾਮ ਤੋਂ ਬਿਨਾਂ ਨੂੰ ਬਿਅਰਥ ਨਾ ਗਵਾਉਣਾ ਕਰੋ। ਨਰਕ ਸੁਰਗ ਨਹਿ ਪੁਨ ਪੁਨ ਜੋਬਾ। ਤੇ ਐਵੇਂ ਨਰਕ ਸੁਰਗ ਵਿੱਚ ਪੁਨਾ ਪੁਨਾ ਪਾਓਗੇ। ਭਾਵ ਜਿੰਨਾ ਸਮਾਂ ਪੁੰਨ ਹੈ ਸਵਰਗਾਂ ਵਿੱਚ ਰਹੋਗੇ। ਉਸ ਤੋਂ ਬਾਅਦ ਜਿਹੜਾ ਹੈ ਪੁੰਨ ਖਤਮ ਹੋਣ ਤੇ ਸੰਸਾਰ ਵਿੱਚ, ਸੰਸਾਰ 'ਚ ਪਾਪ ਕਰਨ ਤੋਂ ਬਾਅਦ ਨਰਕਾਂ ਨੂੰ। ਤੋ ਵਾਰ-ਵਾਰ ਐਵੇਂ ਨਰਕ ਸੁਰਗ ਨਾ ਵੇਖਦੇ ਰਹੋਗੇ। ਇਸ ਕਰਕੇ ਨਾਮ ਜਪਣਾ ਕਰੋ। ਹਰਟ ਟਿੰਡ ਜਾਂ ਆਵਨ ਜਾਨਾ। ਜਿਵੇਂ ਖੂਹ ਦੀ ਹਾਟ ਦੀ ਟਿੰਡ ਹੁੰਦੀ ਜਿਹੜੀ ਉਹ ਆਉਣਾ ਜਾਣਾ ਬਣਿਆ ਹੀ ਰਹਿੰਦਾ ਹੈ। ਉਹ ਖਾਲੀ ਹੋ ਕੇ ਥੱਲੇ ਚਲੇ ਜਾਂਦੀ ਹੈ, ਭਰ ਕੇ ਫੇਰ ਤਾਂ ਆ ਜਾਂਦੀ ਹੈ। ਵੀ ਇਸ ਤਰ੍ਹਾਂ ਦੀ ਹਾਲਤ ਹੈ ਵੀ ਕਦੇ ਨਖਿੱਧ ਜੂਨੀਆਂ ਰੂਪ ਥੱਲੇ ਨੂੰ ਜਾਂਦੇ ਆ, ਕਦੇ ਮਨੁੱਖਾ ਜਨਮ ਮਿਲਣ ਰੂਪ ਤਾਂ ਨੂੰ ਆਉਣੇ ਆ। ਉਸ ਤੋਂ ਬਾਅਦ ਕੁਝ ਪੁੰਨ ਫਲ ਕੀਤੇ ਨਹੀਂ, ਉਸ ਤੋਂ ਬਾਅਦ ਫਿਰ ਹੇਠਾਂ ਨੂੰ। ਵੀ ਖੂਹ ਦੀ ਟਿੰਡ ਵਾਲਾ ਹਿਸਾਬ ਨਾ ਹੋਵੇ ਜੀਵਨ ਦਾ, ਵੀ ਬਸ ਆਈ ਗਏ ਜੰਮੀ ਗਏ ਮਰੀ ਗਏ, ਜੰਮੀ ਗਏ ਮਰੀ ਗਏ। ਇਹ ਕੰਮ ਮਹਾਰਾਜ ਕਹਿੰਦੇ ਚੰਗਾ ਨਹੀਂ ਹੈ। ਨਾਮ ਤੋਂ ਬਿਨਾਂ ਜੋ ਊਚ ਨੀਚ ਥਲ ਕਰਨ ਪਿਆਨਾ। ਤੇ ਐਵੇਂ ਜਿਵੇਂ ਖੂਹ ਦੀ ਟਿੰਡ ਜਾਂਦੀ ਉੱਪਰ ਹੇਠਾਂ, ਤੁਸੀਂ ਜਿਹੜੀਆਂ ਉੱਤਮ ਤੇ ਨਖਿੱਧ ਜੂਨੀਆਂ ਵਿੱਚ ਜਾਣ ਵਾਲਾ ਕੰਮ ਜਿਹੜਾ ਵਾ ਇਹ ਚੰਗਾ ਨਹੀਂ ਹੈ। ਪਾਪਾਂ ਪੁੰਨਾਂ ਕਰਕੇ ਨਾਮ ਤੋਂ ਬਿਨਾਂ ਜੀਵ ਦੀ ਹਾਲਤ ਖੂਹ ਦੀ ਟਿੰਡ ਵਰਗੀ ਹੈ। ਸਤਿਨਾਮ ਤੁਮ ਹਿਰਦੈ ਬਸਾਵਾ। ਇਸ ਕਰਕੇ ਭਾਈ ਸਿੱਖੋ, ਜਿਹੜਾ ਨਾਮ ਹੈ ਵਾਹਿਗੁਰੂ ਸੱਚਾ ਨਾਮ ਪਰਮੇਸ਼ਰ ਦਾ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ। ਮਨ ਕੇ ਸਕਲ ਵਿਕਾਰ ਨਸਾਵਾ। ਤੇ ਮਨ ਦੇ ਜਿਹੜੇ ਵਿਸ਼ੇ ਵਿਕਾਰ ਉਹ ਸਾਰੇ ਨਸਾਵੋ, ਨਾਸ਼ ਕਰ ਲਓ। ਨਾਮ ਦੇ ਕਰਕੇ ਸਾਰੇ ਵਿਸ਼ੇ ਵਿਕਾਰ ਆਪਣੇ ਮਨ ਦੇ ਮਾਰ ਲਵੋ। ਰਮਹਾ ਪ੍ਰੇਮ ਤਰ ਗੁਰ ਉਪਦੇਸ਼। ਤੇ ਗੁਰੂ ਦੇ ਉਪਦੇਸ਼ ਦੇ ਉੱਪਰ ਪ੍ਰੇਮ ਰੱਖ ਕੇ ਉਹਦੇ ਵਿੱਚ ਰਮੋ, ਤਦਾ ਕਰ ਰਹੋ। ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਦੇ
ਉਪਦੇਸ਼ ਦੇ ਨਾਲ ਗੁਰਬਾਣੀ ਦੇ ਨਾਲ ਰਮੋ ਤਦਾ ਕਰ ਰਹਿਣਾ ਕਰੋ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਗੁਰਬਾਣੀ ਵਿਚਾਰੋ, ਗੁਰਬਾਣੀ ਸੁਣਾਓ। ਇਹਦੇ ਵਿੱਚ ਸਦਾ ਹੀ ਤਦਾ ਕਰ ਰਹਿਣਾ ਕਰੋ, ਲੀਨ ਰਹਿ ਜਾਓ। ਕਾਟਹ ਬਿਕਟ ਕਪਾਟ ਕਲੇਸ਼। ਤੇ ਫਿਰ ਕੀ ਹੋਵੇਗਾ? ਜਿਹੜੇ ਉਹ ਜਿਹੜੇ ਵੈ ਕਲੇਸ਼, ਉਹ 5 ਪ੍ਰਕਾਰ ਦੇ ਕਲੇਸ਼ ਹੈ, ਰਾਗ, ਦੁਹੈਕ, ਅਭਿਨਵੇਸ਼, ਅਸਮਤਾ, ਵਿਦਿਆ, ਇਹ ਸਾਰੇ ਜਿਹੜੇ ਵਾ ਉਹ ਕੱਟ ਲਓ ਆਪਦੇ। ਇਹ ਕਲੇਸ਼ਾਂ ਰੂਪੀ ਜਿਹੜਾ ਰੁੱਖ ਵੈ ਉਹਨੂੰ ਕੱਟਣਾ ਕਰ ਦਿਓ, ਵੱਢ ਲਓ ਨਾਮ ਜਪ ਕਰਕੇ ਜਾਂ ਨਾਮ ਰੂਪੀ ਆਰੇ ਦੇ ਨਾਲ। ਹਿਤ ਰਹਿਨੀ ਕੇ ਸਿੱਖਿਆਨ ਲੋਕ। ਤੇ ਸਿੱਖਾਂ ਦੀ ਰਹਿਣੀ ਵਾਸਤੇ, ਸਿੱਖਾਂ ਦੀ ਰਹਿਣੀ ਕੈਸੀ ਹੋਵੇ, ਇਸ ਜਿਹੜਾ ਸਿੱਖਾਂ ਲੋਕਾਂ ਦੀ ਰਹਿਣੀ ਵਾਸਤੇ ਸੱਚੇ ਪਾਤਸ਼ਾਹ ਜੀਆਂ ਨੇ ਸਤਿਗੁਰ ਉਚਰਿਓ ਰੁਚਿਰ ਸਲੋਕ। ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਜਿਹਦੇ ਵਿੱਚ ਸਿੱਖ ਦੀ ਰਹਿਣੀ ਗੁਰੂ ਰਾਮਦਾਸ ਜੀ ਦੱਸ ਰਹੇ ਆ। ਸੰਗਤਾਂ ਪੁੱਛਿਆ ਵੀ ਮਹਾਰਾਜ ਫਿਰ ਕਲਿਆਣ ਵਾਸਤੇ ਕੀ ਉਪਦੇਸ਼ ਹੈ? ਮਹਾਰਾਜ ਕਹਿੰਦੇ ਨਾਮ ਜਪੋ ਭਾਈ, ਰਹਿਣੀ ਰਹੋ। ਮਹਾਰਾਜ ਰਹਿਣੀ ਕੈਸੀ ਹੋਵੇ? ਗੁਰੂ ਰਾਮਦਾਸ ਮਹਾਰਾਜ ਜੀ ਸਿੱਖਾਂ ਨੂੰ ਰਹਿਣੀ ਦੱਸ ਰਹੇ ਹਨ।